Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 162ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰੇਰੀ ਮਹਿਲਾ ਤੀਜਾ। ਸਤਿਗੁਰ ਮਿਲੈ ਵਡ ਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਭੋਗ। ਕਹਿੰਦੇ ਜਿਹਨੂੰ ਵੱਡੇ ਭਾਗਾਂ ਦੇ ਨਾਲ, ਸੰਜੋਗਾਂ ਦੇ ਨਾਲ ਸੱਚਾ ਗੁਰੂ ਮਿਲ ਪੈਂਦਾ ਹੈ, ਉਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਤੇ ਫਿਰ ਉਹ ਪ੍ਰਮਾਤਮਾ ਦੇ ਨਾਮ ਰਸ ਦਾ ਹਰ ਰੋਜ਼ ਆਨੰਦ ਮਾਣਦਾ ਹੈ। ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਜੋ ਗੁਰਮੁਖ ਮਨੁੱਖ ਹੈ ਉਹ ਉਸ ਹਰੀ ਦਾ, ਉਸ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਇਸ ਪ੍ਰਕਾਰ ਕਰਕੇ ਉਹ ਆਪਣਾ ਜੋ ਮਨੁੱਖਾ ਜਨਮ ਹੈ ਉਸ ਨੂੰ ਜਿੱਤ ਲੈਂਦਾ ਹੈ। ਜਨਮ ਜੀਤ, ਉਸ ਜਨਮ ਨੂੰ ਜਿੱਤ ਕੇ ਲਾਹਾ ਨਾਮ ਪਾਏ, ਪ੍ਰਮਾਤਮਾ ਦੇ ਨਾਮ ਦਾ ਜੋ ਲਾਭ ਹੈ, ਜੋ ਲਾਹਾ ਹੈ, ਉਹ ਖੱਟ ਲੈਂਦਾ ਹੈ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿੰਨਾ ਵਿਰਲੇ ਚੱਖ ਡੀਠਾ। ਜਿਹੜੇ ਮਨੁੱਖ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, ਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ, ਉਹਦੇ ਲਈ ਗਿਆਨ ਤੇ ਧਿਆਨ ਪਰਮਾਤਮਾ ਦਾ ਨਾਮ ਹੀ ਹੋ ਜਾਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ। ਲੇਕਿਨ ਇਹ ਜੋ ਸਬੱਬ ਹੈ ਇਹ ਕਿਸੇ ਵਿਰਲੇ ਮਨੁੱਖ ਨੂੰ ਹੀ ਮਿਲਦਾ ਹੈ ਤੇ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਕਿਰਪਾ ਦੇ ਨਾਲ ਇਸ ਨਾਮ ਰਸ ਨੂੰ ਚੱਖ ਕੇ ਵੇਖ ਸਕਦਾ ਹੈ ਕਿ ਇਹ ਕਿੰਨਾ ਸੁਆਦਲਾ ਹੈ। ਨਹੀਂ ਤਾਂ ਬਹੁਤੇ ਲੋਕ ਕੀ ਕਰਦੇ ਨੇ, ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਵੈ ਧ੍ਰਿਗ ਧ੍ਰਿਗ ਅਹੰਕਾਰ। ਬਹੁਤੇ ਲੋਕ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਹੀ ਫਸੇ ਹੋਏ ਨੇ। ਉਹ ਇਹਨਾਂ ਕਰਮ ਕਾਂਡਾਂ ਨੂੰ ਹੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਮੰਨਦੇ ਨੇ। ਉਹਨਾਂ ਨੂੰ ਇਹੀ ਲੱਗਦਾ ਹੈ ਕਿ ਜੇਕਰ ਅਸੀਂ ਇਹ ਵਾਲੇ ਧਾਰਮਿਕ ਕਰਮਕਾਂਡ ਕਰ ਲਈਏ, ਧਾਰਮਿਕ ਰਸਮਾਂ ਕਰ ਲਈਏ ਤਾਂ ਅਸੀਂ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਲਵਾਂਗੇ। ਤੇ ਇਸ ਤਰ੍ਹਾਂ ਕਰਕੇ ਉਹ ਪ੍ਰਮਾਤਮਾ ਦਾ ਜੋ ਨਾਮ ਹੈ ਉਹਦੇ ਤੋਂ ਵਾਂਝੇ ਰਹਿ ਜਾਂਦੇ ਨੇ। ਬਿਨ ਨਾਵੈ, ਉਹਦੇ ਤੋਂ ਵਾਂਝੇ ਰਹਿਣ ਕਰਕੇ ਉਹਨਾਂ ਦੇ ਅੰਦਰ ਹੰਕਾਰ ਪ੍ਰਬਲ ਹੁੰਦਾ ਹੈ। ਉਹਦੇ ਦੋ ਕਾਰਨ ਨੇ। ਇੱਕ ਤੇ ਇਹ ਹੈ ਕਿ ਧਾਰਮਿਕ ਰਸਮਾਂ ਜਦੋਂ ਉਹ ਕਰਦੇ ਨੇ ਉਹਨਾਂ ਦੇ ਅੰਦਰ ਉਹ ਹੰਕਾਰ ਪੈਦਾ ਕਰਦੀਆਂ ਨੇ। ਉਹਨਾਂ ਨੂੰ ਲੱਗਦਾ ਹੈ ਕਿ ਮੈਂ ਇਹ ਧਾਰਮਿਕ ਰਸਮ ਕਰ ਰਿਹਾ ਹਾਂ ਤਾਂ ਮੈਂ ਦੂਜੇ ਮਨੁੱਖਾਂ ਤੋਂ, ਜਿਹੜੇ ਇਸ ਰਸਮ ਨੂੰ ਨਹੀਂ ਕਰਦੇ, ਉਹਨਾਂ ਤੋਂ ਸ੍ਰੇਸ਼ਟ ਹਾਂ, ਉਹਨਾਂ ਨਾਲੋਂ ਚੰਗਾ ਹਾਂ। ਉਦਾਹਰਣ ਦੇ ਤੌਰ ਤੇ ਅਸੀਂ ਲੈ ਲਈਏ, ਜਿਹੜਾ ਮਨੁੱਖ ਪਾਠ ਕਰਦਾ ਹੈ ਜਾਂ ਜਿਹੜੇ ਮਨੁੱਖ ਨੇ ਅੰਮ੍ਰਿਤ ਛਕਿਆ ਹੋਇਆ ਹੈ, ਗਾਤਰਾ ਪਾਇਆ ਹੋਇਆ ਹੈ, ਉਹਨੂੰ ਇਹ ਲੱਗਦਾ ਹੈ ਕਿ ਉਹ ਦੂਜੇ ਮਨੁੱਖਾਂ ਤੋਂ, ਜਿਹੜੇ ਪਾਠ ਨਹੀਂ ਕਰਦੇ ਜਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹਨਾਂ ਨਾਲੋਂ ਉਹ ਸ੍ਰੇਸ਼ਟ ਹੈ। ਇਹ ਇੱਕ ਖਿਆਲ ਹੀ ਐਸਾ ਹੈ ਜਿਹੜਾ ਤੁਹਾਡੇ ਅੰਦਰ ਹੰਕਾਰ ਪੈਦਾ ਕਰਦਾ ਹੈ। ਤੇ ਦੂਜੀ ਗੱਲ, ਪਰਮਾਤਮਾ ਦੇ ਨਾਮ ਤੋਂ ਜਦੋਂ ਤੁਸੀਂ ਵਾਂਝੇ ਹੋ ਤਾਂ ਜਿਹੜਾ ਹਰ ਮਨੁੱਖ ਦੇ ਅੰਦਰ ਹੰਕਾਰ ਹੁੰਦਾ ਹੀ ਹੁੰਦਾ ਹੈ, ਉਹਨੂੰ ਵੀ ਤੁਸੀਂ ਖਤਮ ਕਰਨ ਤੋਂ ਅਸਮਰੱਥ ਰਹਿੰਦੇ ਹੋ। ਜਦੋਂ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹੋ ਤਾਂ ਉਹਦੀ ਮਦਦ ਦੇ ਨਾਲ ਤੁਸੀਂ ਆਪਣੇ ਅੰਦਰੋਂ ਹੰਕਾਰ ਖਤਮ ਕਰ ਪਾਉਂਦੇ ਹੋ। ਪਰ ਜੇਕਰ ਤੁਸੀਂ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋ ਤਾਂ ਤੁਸੀਂ ਆਪਣੇ ਅੰਦਰੋਂ ਹੰਕਾਰ ਵੀ ਖਤਮ ਨਹੀਂ ਕਰ ਪਾਉਂਦੇ, ਕਿਉਂਕਿ ਤੁਹਾਡੇ ਕੋਲ ਪਰਮਾਤਮਾ ਦੇ ਨਾਮ ਦੀ ਉਹ ਮਦਦ ਨਹੀਂ ਹੈ, ਉਹ ਸਹਾਇਤਾ ਨਹੀਂ ਹੈ। ਤਾਂ ਦੋ ਕਾਰਨਾਂ ਕਰਕੇ ਜਿਹੜੇ ਇਹ ਧਾਰਮਿਕ ਕਰਮਕਾਂਡ ਨੇ, ਇਹ ਸਾਡੇ ਅੰਦਰ ਹੰਕਾਰ ਪੈਦਾ ਕਰਕੇ ਸਾਡੇ ਜੀਵਨ ਨੂੰ ਧ੍ਰਿਗ ਬਣਾਉਂਦੇ ਨੇ, ਫਟਕਾਰਯੋਗ ਬਣਾਉਂਦੇ ਨੇ। ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਹੇ ਨਾਨਕ, ਜਿਹੜੇ ਪ੍ਰਮਾਤਮਾ ਤੋਂ ਵਿਛੜੇ ਹੋਏ ਮਨੁੱਖ ਨੇ, ਉਹਨਾਂ ਨੂੰ ਮਾਇਆ ਨੇ ਆਪਣੇ ਬੰਧਨਾਂ ਦੇ ਵਿੱਚ ਬੰਨ੍ਹਿਆ ਹੋਇਆ ਹੈ, ਫਸਾਇਆ ਹੋਇਆ ਹੈ। ਤੇ ਕੋਈ ਵਿਰਲਾ ਮਨੁੱਖ ਹੀ ਜਿਹੜਾ ਗੁਰੂ ਦੇ ਲੜ ਲੱਗਦਾ ਹੈ, ਗੁਰੂ ਦੀਆਂ ਸਿੱਖਿਆਵਾਂ ਸੁਣ ਕੇ ਉਹਦੇ ਅੰਦਰ ਇੱਕ ਚਾਨਣ ਪੈਦਾ ਹੁੰਦਾ ਹੈ, ਤਾਂ ਉਹ ਇਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਛੁਡਵਾ ਲੈਂਦਾ ਹੈ। ਮਹਿਲਾ ਤੀਜਾ। ਗੌੜੀ ਬੈਰਾਗਨ। ਜੈਸੀ ਧਰਤੀ
ਉੱਪਰ ਮੇਘਲਾ ਵਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ। ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਬਿਨ ਪਗਾ ਵਰਸਤ ਫਿਰਾਹੀ। ਇੱਥੇ ਜੀਵ ਆਤਮਾ ਅਤੇ ਪ੍ਰਮਾਤਮਾ ਦੀ ਇੱਕ ਸੁਰਤਾ ਨੂੰ, ਉਹਨਾਂ ਦੇ ਇੱਕੋ ਜਿਹੇ ਹੋਣ ਨੂੰ ਦਰਸਾਉਣ ਦੇ ਲਈ ਗੁਰੂ ਜੀ ਨੇ ਧਰਤੀ ਤੇ ਬੱਦਲਾਂ ਦਾ ਇੱਕ ਦ੍ਰਿਸ਼ਟਾਂਤ ਪੇਸ਼ ਕੀਤਾ ਹੈ। ਕਹਿੰਦੇ ਜਿਸ ਪ੍ਰਕਾਰ ਦੀ ਧਰਤੀ ਹੈ, ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ, ਉਸੇ ਤਰ੍ਹਾਂ ਹੀ ਉੱਪਰ ਬੱਦਲ ਨੇ, ਦੋਨਾਂ ਦੇ ਵਿੱਚ ਹੀ ਪਾਣੀ ਹੈ। ਕਹਿੰਦੇ ਕਿਆ ਧਰਤੀ ਮਧੇ ਪਾਣੀ ਨਹੀਂ, ਵੀ ਕੀ ਧਰਤੀ 'ਚ ਪਾਣੀ ਨਹੀਂ ਹੈ? ਜੇ ਬੱਦਲਾਂ ਦੇ ਵਿੱਚ ਪਾਣੀ ਹੈ ਤਾਂ ਕੀ ਦੋਨਾਂ ਦੇ ਵਿੱਚ ਇਹ ਪਾਣੀ ਜੋ ਹੈ ਇੱਕ ਸਾਂਝਾ ਅੰਸ਼ ਨਹੀਂ ਹੈ? ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਜਿਵੇਂ ਕਹਿੰਦੇ ਧਰਤੀ ਦੇ ਅੰਦਰ ਪਾਣੀ ਮੌਜੂਦ ਹੈ, ਬਿਨ ਪਗਾ ਵਰਸਤ ਫਿਰਾਹੀ, ਉਸੇ ਤਰ੍ਹਾਂ ਹੀ ਬਿਨਾਂ ਪੈਰਾਂ ਦੇ ਬੱਦਲ ਵਰਸਦੇ ਫਿਰਦੇ ਨੇ। ਹੁਣ ਪੈਰ ਧਰਤੀ ਦੇ ਵੀ ਕੋਈ ਨਹੀਂ, ਧਰਤੀ ਵੀ ਬਿਨਾਂ ਪੈਰਾਂ ਤੋਂ ਹੀ ਸਪੇਸ ਦੇ ਵਿੱਚ ਘੁੰਮਦੀ ਫਿਰਦੀ ਹੈ, ਉਸੇ ਤਰ੍ਹਾਂ ਹੀ ਬੱਦਲ ਵੀ ਬਿਨਾਂ ਪੈਰਾਂ ਦੇ ਸਪੇਸ ਦੇ ਵਿੱਚ ਘੁੰਮਦੇ ਫਿਰਦੇ ਨੇ। ਜੋ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਜਿੰਨਾ ਕੁ ਧਰਤੀ ਤੇ ਬੱਦਲਾਂ ਦੇ ਵਿੱਚ ਫਰਕ ਹੈ, ਓਨਾ ਕੁ ਹੀ ਜੀਵ ਆਤਮਾ ਤੇ ਪਰਮਾਤਮਾ ਦੇ ਵਿੱਚ ਫਰਕ ਹੈ। ਜੋ ਜੀਵ ਹੈ ਉਹ ਬੇਸ਼ੱਕ ਗੁਰਮੁਖ ਹੋਵੇ, ਬੇਸ਼ੱਕ ਮਨਮੁਖ ਹੋਵੇ, ਭਾਵੇਂ ਬੱਦਲ ਹੋਵੇ ਤੇ ਭਾਵੇਂ ਧਰਤੀ ਹੋਵੇ। ਹੁਣ ਗੁਰਮੁਖ ਕੀ ਹੈ? ਉਹਦੀ ਸੋਚ ਜੋ ਹੈ ਉੱਚੀਆਂ ਉਡਾਰੀਆਂ ਲਾਉਂਦੀ ਹੈ। ਜਿਹੜਾ ਮਨਮੁਖ ਹੈ ਉਹਦੀ ਸੋਚ ਧਰਤੀ ਵਾਂਗ ਨੀਵੀਂ ਹੈ, ਫਸੀ ਹੋਈ ਹੈ। ਪਰ ਦੋਨਾਂ ਦੇ ਵਿੱਚ ਹੀ ਪਰਮਾਤਮਾ ਦਾ ਅੰਸ਼ ਮੌਜੂਦ ਹੈ। ਦੋਨੇ ਹੀ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ। ਅਗਲੀਆਂ ਪੰਕਤੀਆਂ ਦੇ ਵਿੱਚ ਇਹ ਗੱਲ ਹੋਰ ਸਪਸ਼ਟ ਕਰਦੇ ਨੇ। ਗੁਰੂ ਜੀ ਕਹਿੰਦੇ ਬਾਬਾ ਤੂੰ ਐਸੇ ਭਰਮ ਚੁਕਾਹੀ। ਕਹਿੰਦੇ ਇਹ ਜਿਹੜਾ ਤੇਰਾ ਭਰਮ ਬਣਿਆ ਹੋਇਆ ਨਾ ਕਿ ਜੀਵ ਆਤਮਾ ਤੇ ਪਰਮਾਤਮਾ ਵੱਖਰੀਆਂ ਵੱਖਰੀਆਂ ਹਸਤੀਆਂ ਨੇ, ਜਿਹੜਾ ਤੂੰ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਖਰਾ ਕਰਕੇ ਜਾਣਦਾ ਹੈ, ਆਪਣੀ ਹਸਤੀ ਨੂੰ ਪਰਮਾਤਮਾ ਤੋਂ ਵੱਖਰੀ ਕਰਕੇ ਜਾਣਦਾ ਹੈ, ਆਪਦਾ ਇਹ ਜੋ ਭਰਮ ਹੈ ਇਸ ਪ੍ਰਕਾਰ ਚੁਕਾ। ਜੋ ਕਿਛ ਕਰਤ ਹੈ ਸੋਈ ਕੋਈ ਹੈ, ਰੇ ਤੈਸੇ ਜਾਏ ਸਮਾਹੀ ਰਹਾਓ। ਕਹਿੰਦੇ ਜੋ ਕੁਝ ਵੀ ਕਰਦਾ ਹੈ, ਜੀਵ ਨੂੰ ਜਿਸ ਤਰ੍ਹਾਂ ਦਾ ਵੀ ਬਣਾਉਂਦਾ ਹੈ, ਉਹ ਪਰਮਾਤਮਾ ਆਪ ਹੀ ਬਣਾਉਂਦਾ ਹੈ ਤੇ ਆਪ ਹੀ ਬਣਾ ਕੇ ਆਪ ਹੀ ਉਸ ਜੀਵ ਦੇ ਵਿੱਚ ਉਹ ਪਰਮਾਤਮਾ ਸਮਾ ਜਾਂਦਾ ਹੈ। ਹੁਣ ਬੱਦਲ ਕਿਵੇਂ ਬਣਦੇ ਨੇ? ਬੱਦਲ ਪਾਣੀ ਤੋਂ ਹੀ ਬਣਦੇ ਨੇ ਤੇ ਉਹ ਪਾਣੀ ਬੱਦਲਾਂ ਦੇ ਵਿੱਚ ਹੀ ਵਾਪਸ ਸਮਾਇਆ ਹੁੰਦਾ ਹੈ। ਉਸੇ ਤਰ੍ਹਾਂ ਹੀ ਜੋ ਜੀਵ ਨੇ ਉਹ ਪਰਮਾਤਮਾ ਤੋਂ ਹੀ ਬਣਦੇ ਨੇ ਤੇ ਪਰਮਾਤਮਾ ਉਹਨਾਂ ਦੇ ਵਿੱਚ ਸਮਾਇਆ ਹੋਇਆ ਹੁੰਦਾ ਹੈ। ਇੱਕ ਬਹੁਤ ਹੀ ਵਧੀਆ ਦ੍ਰਿਸ਼ਟਾਂਤ, ਬਹੁਤ ਹੀ ਵਧੀਆ ਉਦਾਹਰਣ ਦੇ ਕੇ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਤਰੀ ਪੁਰਖ ਹੋਏ ਕੈ, ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ। ਕਹਿੰਦੇ ਇਸਤਰੀ ਹੋ ਕੇ ਜਾਂ ਪੁਰਖ ਹੋ ਕੇ ਤੂੰ ਕਿਹੜਾ ਕਰਮ ਕਮਾ ਲਿਆ ਜਾਂ ਕਿਹੜਾ ਕਰਮ ਕਮਾ ਸਕਦਾ ਹੈ ਜੇ ਪਰਮਾਤਮਾ ਤੇਰੇ ਅੰਦਰ ਨਾ ਵਸਦਾ ਹੋਵੇ ਤਾਂ। ਫਰਕ ਨਹੀਂ ਪੈਂਦਾ ਕਿ ਤੂੰ ਇਸਤਰੀ ਹੈ ਜਾਂ ਮਰਦ ਹੈ, ਸਾਰੇ ਉਸ ਪਰਮਾਤਮਾ ਦੇ ਹੀ ਰੂਪ ਨੇ। ਨਾਨਾ ਰੂਪ ਸਦਾ ਹੈ ਤੇਰੇ, ਕਿ ਇਹ ਜੋ ਜੀਵ ਨੇ ਸਦਾ ਹੀ ਉਸ ਪਰਮਾਤਮਾ ਦੇ ਹੀ ਅਨੇਕਾਂ ਰੂਪ ਨੇ। ਤੁਝ ਹੀ ਮਾਹੇ ਸਮਾਹੀ, ਤੇ ਉਸ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਨੇ। ਇਤਨੇ ਜਨਮ ਭੂਲ ਪਰੇ, ਸੇ ਜਾ ਪਾਇਆ ਤਾਂ ਭੁੱਲੇ ਨਾਹੀਂ। ਕਹਿੰਦੇ ਇੰਨੇ ਜਨਮ ਹੋ ਗਏ ਮਨੁੱਖ ਨੂੰ ਭੁੱਲੇ ਹੋਏ ਨੂੰ, ਭਟਕਦੇ ਹੋਏ ਨੂੰ। ਭਟਕਦਾ ਹੋਇਆ ਜਨਮਾਂ ਦੇ ਵਿੱਚ ਪਿਆ ਰਹਿੰਦਾ ਹੈ, ਜਨਮਾਂ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ, ਪਰ ਜਦੋਂ ਤੈਨੂੰ ਪਾ ਲੈਂਦਾ ਹੈ, ਜਾ ਪਾਇਆ ਤਾਂ ਭੁੱਲੇ ਨਾਹੀਂ, ਫਿਰ ਉਹ ਭਟਕਦਾ ਨਹੀਂ, ਫਿਰ ਕੁਰਾਹੇ ਨਹੀਂ ਪੈਂਦਾ, ਫਿਰ ਸਿੱਧੇ ਰਸਤੇ ਤੇ ਆ ਜਾਂਦਾ ਹੈ। ਜਦੋਂ ਉਹਨੂੰ ਤੇਰੀ ਸਮਝ ਪੈ ਗਈ, ਜਦੋਂ ਇਸ ਗੱਲ ਦੀ ਸਮਝ ਪੈ ਗਈ ਕਿ ਤੂੰ ਉਹਦੇ ਅੰਦਰ ਹੀ ਵਸਦਾ ਹੈ। ਜਾ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ। ਜੇ ਮਨੁੱਖ ਗੁਰੂ ਦੇ ਸ਼ਬਦਾਂ ਦੇ ਨਾਲ ਆਪਦੀ ਵਿਰਤੀ ਜੋੜ ਲਏ ਤਾਂ ਇਹ ਗੱਲ ਸਮਝ ਦੇ ਵਿੱਚ ਪੈ ਜਾਂਦੀ ਹੈ ਕਿ ਇਹ ਜੋ ਜਗਤ ਹੈ ਜਿਹਨੇ ਬਣਾਇਆ ਹੈ, ਇਹਨੂੰ ਕਿਵੇਂ ਚਲਾਉਣਾ ਹੈ, ਇਹ ਉਹੀ ਜਾਣਦਾ ਹੈ। ਜਾ ਕਾ ਕਾਰਜ ਸੋਈ ਪਰ ਜਾਣੈ, ਕਿ ਜਿਹੜੇ ਪ੍ਰਮਾਤਮਾ ਨੇ ਜਗਤ ਬਣਾਇਆ, ਇਹਨੂੰ ਚਲਾਉਣ ਦੀ ਵਿਧੀ ਵੀ, ਚਲਾਉਣ ਦੀ ਵਿਰਤੀ ਵੀ ਉਹ ਪ੍ਰਮਾਤਮਾ ਆਪ ਹੀ
ਜਾਣਦਾ ਹੈ। ਇਸ ਗੱਲ ਦੀ ਸੋਝੀ ਸਾਨੂੰ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਹੀ ਪੈਂਦੀ ਹੈ। ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ। ਤੇਰਾ ਹੀ ਸ਼ਬਦ ਚੱਲਦਾ ਹੈ, ਤੇਰਾ ਹੀ ਹੁਕਮ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਹਰ ਥਾਂ ਤੂੰ ਆਪ ਹੀ ਮੌਜੂਦ ਹੈ। ਜਦੋਂ ਇਸ ਗੱਲ ਦੀ ਸਮਝ ਪੈ ਗਈ, ਫਿਰ ਭਰਮਾਂ ਦੀ ਜਗ੍ਹਾ ਕਿੱਥੇ ਬਚਦੀ ਹੈ। ਜਿਹੜੇ ਮਨੁੱਖ ਨੂੰ ਇਹ ਗੱਲ ਸਮਝ ਦੇ ਵਿੱਚ ਪੈ ਗਈ, ਉਹ ਭਟਕਣਾ ਦੇ ਵਿੱਚ ਕਿਵੇਂ ਪੈ ਸਕਦਾ ਹੈ। ਉਹਦੇ ਕੋਲ ਭਟਕਣਾ ਦੇ ਵਿੱਚ ਜਾਣ ਦਾ, ਭਟਕਣ ਦਾ ਰਸਤਾ ਹੀ ਨਹੀਂ ਬਚਦਾ। ਨਾਨਕ ਤਤ ਤਤ ਸਿਓ ਮਿਲਿਆ, ਪੁਨਰਪ ਜਨਮ ਨਾ ਆਹੀ। ਜਿਸ ਤਰ੍ਹਾਂ ਕਿ ਹਵਾ, ਪਾਣੀ ਆਦਿਕ ਤੱਤ ਨੇ ਆਪੋ ਆਪਣੇ ਤੱਤਾਂ ਦੇ ਵਿੱਚ ਸਮਾਏ ਰਹਿੰਦੇ ਨੇ, ਹੇ ਨਾਨਕ, ਜਿਹੜਾ ਮਨੁੱਖ ਪ੍ਰਮਾਤਮਾ ਦੇ ਵਿੱਚ ਸਮਾ ਗਿਆ, ਉਹ ਮੁੜ ਮੁੜ ਜਨਮ ਨਹੀਂ ਲੈਂਦਾ। ਉਹਦੀ ਮਾਨਸਿਕ ਜੋ ਸਥਿਤੀ ਹੈ ਉਹ ਐਸੀ ਹੋ ਜਾਂਦੀ ਹੈ, ਸਥਿਰਤਾ ਵਾਲੀ, ਇੱਕਦਮ ਅਡੋਲ ਹੋ ਜਾਂਦੀ ਹੈ, ਸਥਿਰ ਹੋ ਜਾਂਦੀ ਹੈ। ਉਹਦਾ ਮਨ ਕਿਸੇ ਦੁਚਿੱਤੀ ਦੇ ਵਿੱਚ, ਕਿਸੇ ਭਟਕਣਾ ਦੇ ਵਿੱਚ ਨਹੀਂ ਪੈਂਦਾ। ਮੈਨੂੰ ਵੈਰਾਗਮਈ ਸੰਗੀਤ ਬੜਾ ਚੰਗਾ ਲੱਗਦਾ ਹੈ, ਤੇ ਇਹ ਜੋ ਬਾਣੀ ਹੈ ਗੌੜੀ ਵੈਰਾਗਨ ਮਹਿਲਾ ਤੀਜਾ, ਤਾਂ ਅਗਲਾ ਜੋ ਸ਼ਬਦ ਹੈ ਮੈਂ ਥੋੜਾ ਗਾ ਕੇ ਵੇਖਿਆ ਤੇ ਬੜਾ ਵਧੀਆ ਲੱਗਿਆ। ਸੋ ਹੁਣ ਮੈਂ ਸੋਚਿਆ ਹੈ ਕਿ ਇਹ ਜੋ ਸ਼ਬਦ ਹੈ ਆਪਾਂ ਗਾ ਕੇ ਹੀ ਪੜਾਂਗੇ ਤੇ ਇਹਦੀ ਵਿਆਖਿਆ ਕਰਾਂਗੇ। ਉਮੀਦ ਕਰਦਾ ਹਾਂ ਤੁਹਾਨੂੰ ਚੰਗਾ ਲੱਗੇਗਾ। ਜਿੱਦਾਂ ਦਾ ਵੀ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਸ਼ੁਰੂ ਕਰਦੇ ਹਾਂ। ਗੌੜੀ ਵੈਰਾਗਣ ਮਹਿਲਾ ਤੀਜਾ, ਸਭ ਜਗ ਕਾਲੈ ਵਸ ਹੈ, ਬਾਧਾ ਦੂਜੈ ਪਾਏ, ਹਉਮੈ ਕਰਮ ਕਮਾਵਦੇ, ਮਨ ਮੁਖ ਮਿਲੈ ਸਜਾਏ। ਇਹ ਜੋ ਜਗਤ ਹੈ ਇਹ ਕਾਲ ਨੇ, ਮੌਤ ਨੇ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਹੈ। ਤੇ ਇਹ ਜੋ ਸੰਸਾਰ ਹੈ, ਸਾਰਾ ਹੀ ਜੋ ਸਾਰੇ ਜੀਵ ਨੇ ਉਹ ਦੂਜੇ ਭਾਏ ਲੱਗੇ ਹੋਏ ਨੇ, ਮਾਇਆ ਦੇ ਬੰਧਨਾਂ ਦੇ ਵਿੱਚ ਬੱਝੇ ਹੋਏ ਨੇ, ਹਉਮੈ ਦੇ ਵਿੱਚ ਆ ਕੇ ਕਰਮ ਕਮਾਉਂਦੇ ਨੇ। ਉਹ ਜੋ ਵੀ ਜਿਹੜੇ ਮਨਮੁਖ ਮਨੁੱਖ ਨੇ, ਉਹ ਜੋ ਵੀ ਕਾਰਜ ਕਰਦੇ ਨੇ, ਹਰ ਕਾਰਜ ਦੇ ਵਿੱਚ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੀ ਹਉਮੈ ਨੂੰ ਥੋੜਾ ਬਲ ਮਿਲੇ, ਤੇ ਇਹਨਾਂ ਕਾਰਨਾਂ ਕਰਕੇ ਹੀ ਉਹ ਆਤਮਿਕ ਮੌਤ ਸਹੇੜਦੇ ਨੇ, ਸਜ਼ਾ ਪਾਉਂਦੇ ਨੇ। ਮੇਰੇ ਮਨ ਗੁਰ ਚਰਣੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛੁਡਾਏ ਰਹਾਉ। ਹੇ ਮੇਰੇ ਮਨ, ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜ। ਮੇਰੇ ਮਨ ਗੁਰ ਚਰਨੀ ਚਿੱਤ ਲਾਏ, ਗੁਰਮੁਖ ਨਾਮ ਨਿਧਾਨ ਲੈ। ਗੁਰਮੁਖ ਬਣ ਕੇ ਪਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰ ਲੈ। ਦਰਗਹਿ ਲੈ ਛੁਡਾਏ। ਇਹ ਖਜ਼ਾਨਾ ਤੇਰੇ ਉਦੋਂ ਕੰਮ ਆਏਗਾ ਜਦੋਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਤੂੰ ਖੜਾ ਹੋਇਆ। ਤੇਰੇ ਲੇਖਾਂ ਦਾ, ਤੇਰੇ ਕਰਮਾਂ ਦਾ ਜਦੋਂ ਲੇਖਾ ਜੋਖਾ ਹੋਣਾ ਹੋਇਆ, ਉਦੋਂ ਤੈਨੂੰ ਇਹ ਸਜ਼ਾਵਾਂ ਤੋਂ ਬਚਾ ਲਏਗਾ। 184 ਭਰਮ ਦੇ ਮਨ ਹਠ ਆਵੈ ਜਾਏ, ਗੁਰ ਕਾ ਸ਼ਬਦ ਨਾ ਚੀਨਿਓ, ਫਿਰ ਜੋਨੀ ਪਾਏ। ਜਿਹੜੇ ਵੀ ਮਨਮੁਖ ਮਨੁੱਖ ਨੇ, ਆਪਣੇ ਮਨ ਦੇ ਹੱਠ ਦੇ ਵਿੱਚ ਚੱਲਦੇ ਨੇ, ਉਹ 84 ਲੱਖ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ। ਗੁਰ ਕਾ ਸ਼ਬਦ ਨਾ ਚੀਨਿਓ, ਚੀਨਿਓ ਤੋਂ ਭਾਵ ਪਛਾਨਣਾ। ਜਿਹੜੇ ਗੁਰੂ ਦੇ ਸ਼ਬਦ ਦੀ ਅਹਿਮੀਅਤ ਨੂੰ ਨਹੀਂ ਪਛਾਣਦੇ, ਉਹ ਫਿਰ ਜੋਨੀ ਪਾਏ, ਉਹ ਫਿਰ ਮੁੜ ਜੂਨਾਂ ਦੇ ਵਿੱਚ ਪੈਂਦੇ ਰਹਿੰਦੇ ਨੇ। ਗੁਰਮੁਖ ਆਪ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅਨ ਦਿਨ ਭਗਤੀ ਰਤਿਆ, ਹਰ ਨਾਮੈ ਸੁਖ ਸਮਾਏ। ਜਿਹੜਾ ਗੁਰਮੁਖ ਮਨੁੱਖ ਹੈ ਉਹ ਆਪਣੇ ਆਪ ਨੂੰ ਪਛਾਣਦਾ ਹੈ, ਆਪਣੇ ਆਤਮਿਕ ਜੀਵਨ ਦੇ ਵੱਲ ਨੂੰ ਝਾਤੀ ਮਾਰਦਾ ਹੈ, ਤੇ ਇਸ ਪ੍ਰਕਾਰ ਪਰਮਾਤਮਾ ਦਾ ਨਾਮ ਉਹਦੇ ਮਨ ਦੇ ਵਿੱਚ ਵਸਿਆ ਰਹਿੰਦਾ ਹੈ। ਫਿਰ ਉਹ ਹਰ ਰੋਜ਼ ਅਨ ਦਿਨ ਭਗਤੀ ਰਤਿਆ, ਪਰਮਾਤਮਾ ਦੀ ਭਗਤੀ ਦੇ ਵਿੱਚ ਰੰਗਿਆ ਰਹਿੰਦਾ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਹਰ ਨਾਮੇ ਸੁਖ ਸਮਾਏ, ਸਦਾ ਹੀ ਆਨੰਦ ਮਾਣਦਾ ਹੈ।
ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਜਨ ਨਾਨਕ ਕਰਮੀ ਪਾਏ ਅਨ, ਹਰ ਨਾਮਾ ਭਗਤ ਭੰਡਾਰ। ਜਿਹੜੇ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਆਪਣੇ ਮਨ ਨੂੰ ਮਾਰ ਲਿਆ, ਮਨ ਸ਼ਬਦ ਮਰੈ ਪ੍ਰਤੀਤ ਹੋਏ, ਤਾਂ ਉਹਨੂੰ ਇਹ ਗੱਲ ਪ੍ਰਤੀਤ ਹੁੰਦੀ ਹੈ, ਪਤਾ ਚੱਲਦੀ ਹੈ ਕਿ ਇਸ ਪ੍ਰਕਾਰ ਉਹਦੇ ਜੋ ਵਿਕਾਰ ਨੇ, ਉਹਦੀ ਜੋ ਹਉਮੈ ਹੈ ਉਹ ਵੀ ਮਾਰੀ ਜਾਂਦੀ ਹੈ। ਉਹਨੇ ਆਪਣੇ ਮਨ ਨੂੰ ਮਾਰ ਲਿਆ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ, ਨਾਲ ਹੀ ਉਹਦੇ ਸਾਰੇ ਵਿਕਾਰ, ਉਹਦੀ ਹਉਮੈ ਮਰ ਗਏ। ਹੇ ਨਾਨਕ, ਇਹ ਜੋ ਸਬੱਬ ਹੈ ਇਹ ਕਰਮਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਚੰਗੀ ਕਿਸਮਤ ਦੇ ਨਾਲ ਹੀ ਗੁਰੂ ਮਿਲਦਾ ਹੈ, ਚੰਗੀ ਕਿਸਮਤ ਦੇ ਨਾਲ ਹੀ ਹਰੀ ਨਾਮਾ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਭਗਤੀ ਦੇ ਖਜ਼ਾਨੇ ਪ੍ਰਾਪਤ ਹੁੰਦੇ ਹਨ। ਗੌੜੀ ਵੈਰਾਗਣ ਮਹਿਲਾ ਤੀਜਾ, ਪਈ ਅੜੈ ਦਿਨ ਚਾਰ ਹੈ, ਹਰ ਹਰ ਲਿਖ ਪਾਇਆ। ਸੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਪਰਮਾਤਮਾ ਨੇ ਹਰ ਜੀਵ ਦੇ ਮੱਥੇ ਦੇ ਉੱਤੇ ਇਹ ਲੇਖ ਲਿਖ ਦਿੱਤਾ ਹੈ, ਹਰ ਹਰ ਲਿਖ ਪਾਇਆ ਕਿ ਪਈ ਅੜੇ ਦਿਨ ਚਾਰ ਹੈ, ਕਿ ਇਹ ਪੇਕੇ ਘਰ ਦੇ ਵਿੱਚ ਉਹਨੇ 4 ਦਿਨ ਹੀ ਜਿਉਣਾ ਹੈ। ਭਾਵ ਕਿ ਜੋ ਮਨੁੱਖ ਦੀ ਜ਼ਿੰਦਗੀ ਹੈ ਉਹ ਥੋੜ੍ਹੇ ਦਿਨਾਂ ਦੀ ਹੀ ਹੈ, ਲਿਮਿਟਡ ਦਿਨਾਂ ਦੀ ਹੈ, ਅਨਲਿਮਿਟਡ ਨਹੀਂ ਹੈ। ਇਹ ਨਹੀਂ ਹੈ ਕਿ ਕੋਈ ਮਨੁੱਖ ਕਦੇ ਮਰੇਗਾ ਹੀ ਨਹੀਂ। ਹਰ ਮਨੁੱਖ ਦੀ ਜ਼ਿੰਦਗੀ ਨੇ ਇੱਕ ਦਿਨ ਜ਼ਰੂਰ ਸਮਾਪਤ ਹੋਣਾ ਹੈ। ਇਹ ਲੇਖ ਪਰਮਾਤਮਾ ਨੇ ਹਰ ਮਨੁੱਖ ਦੇ ਮੱਥੇ ਦੇ ਉੱਤੇ ਲਿਖਿਆ ਹੈ। ਉਹ ਮਨੁੱਖ ਸ਼ੋਭਾ ਖੱਟਦਾ ਹੈ, ਸੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਜਿਹੜਾ ਇਸ ਜਨਮ ਦੇ ਵਿੱਚ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ। ਇੱਥੇ ਜੀਵ ਇਸਤਰੀ ਦੀ ਫਿਰ ਤੋਂ ਉਦਾਹਰਣ ਲਈ ਗਈ ਹੈ। ਪੇਵਕੜੈ ਗੁਣ ਸੰਮਲੈ, ਸਹੁਰੈ ਵਾਸ ਪਾਇਆ। ਗੁਰਮੁਖ ਸਹਿਜ ਸਮਾਣੀਆਂ, ਹਰ ਹਰ ਮਨ ਪਾਇਆ। ਜਿਹੜੀਆਂ ਜੀਵ ਇਸਤਰੀਆਂ ਪੇਕੇ ਘਰ ਦੇ ਵਿੱਚ ਰਹਿੰਦੇ ਹੋਏ ਉਸ ਪਰਮਾਤਮਾ ਦੇ ਗੁਣਾਂ ਨੂੰ ਸੰਭਾਲ ਲੈਂਦੀਆਂ ਨੇ, ਭਾਵ ਕਿ ਜਿਹੜੇ ਮਨੁੱਖ ਇਸ ਜਨਮ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਕੇ ਉਹਦੇ ਗੁਣ ਉਹਦੇ ਤੋਂ ਗ੍ਰਹਿਣ ਕਰਕੇ ਉਹਨਾਂ ਗੁਣਾਂ ਨੂੰ ਆਪਣੇ ਹਿਰਦਿਆਂ ਦੇ ਵਿੱਚ ਸੰਭਾਲ ਲੈਂਦੇ ਨੇ, ਉਹਨਾਂ ਨੂੰ ਸਹੁਰੇ ਘਰ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਥਾਂ ਮਿਲਦੀ ਹੈ, ਵਾਸ ਪ੍ਰਾਪਤ ਹੁੰਦਾ ਹੈ। ਗੁਰੂ ਦੇ ਲੜ ਲੱਗ ਕੇ, ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਸਹਿਜ ਦੇ ਵਿੱਚ ਸਮਾਇਆ ਰਹਿੰਦਾ ਹੈ, ਆਤਮਿਕ ਅਟੋਲਤਾ ਦੇ ਵਿੱਚ ਸਮਾਇਆ ਰਹਿੰਦਾ ਹੈ, ਉਹਦੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਉਹਨੂੰ ਪਰਮਾਤਮਾ ਦਾ ਨਾਮ ਭਾਉਂਦਾ ਹੈ। ਸਸੁਰੈ ਪਈਐ ਪਿਰ ਵਸੈ, ਕਹੋ ਕਿਤ ਵਿਦ ਪਾਈਐ। ਆਪ ਨਿਰੰਜਨ ਅਲਖ ਹੈ, ਆਪੇ ਮਿਲਾਈਐ ਰਹਾਉ। ਇਹਦੇ ਵਿੱਚ ਪਹਿਲੀ ਜੋ ਪੰਕਤੀ ਹੈ ਉਹਦੇ ਵਿੱਚ ਸਵਾਲ ਪੁੱਛਿਆ ਗਿਆ ਹੈ। ਕਹਿੰਦੇ, ਹੇ ਮੇਰੀਏ ਸਤ ਸੰਗੀ ਭੈਣੇ, ਮੈਨੂੰ ਇਹ ਦੱਸ ਕਿ ਉਹ ਪਰਮਾਤਮਾ ਜਿਹੜਾ ਇਸ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਵਸਦਾ ਹੈ, ਉਹ ਪ੍ਰਭੂ ਪਤੀ ਜਿਹੜਾ ਸਹੁਰੇ ਘਰ ਵੀ ਤੇ ਪੇਕੇ ਘਰ ਵੀ ਵਸਦਾ ਹੈ, ਉਹਨੂੰ ਕਿਹੜੀ ਵਿਧੀ ਦੇ ਨਾਲ ਪਾਇਆ ਜਾ ਸਕਦਾ ਹੈ? ਮੈਨੂੰ ਇਹ ਦੱਸ। ਕਹੋ ਕਿਤ ਵਿਧ ਪਾਈ ਹੈ, ਕਿ ਕਿਹੜੀ ਵਿਧੀ ਨਾਲ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਜੋ ਦੂਜੀ ਪੰਕਤੀ ਹੈ ਉਹਦੇ ਵਿੱਚ ਇਹਦਾ ਜਵਾਬ ਹੈ। ਕਹਿੰਦੇ, ਆਪ ਨਿਰੰਜਨ ਅਲਖ ਹੈ, ਕਿ ਉਹ ਜੋ ਨਿਰੰਜਨ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹੈ, ਉਹ ਹੈ ਤਾਂ ਅਦ੍ਰਿਸ਼ਟ ਹੈ, ਹਰ ਥਾਂ ਮੌਜੂਦ ਪਰ ਅਦ੍ਰਿਸ਼ਟ ਹੈ। ਆਪਣੇ ਆਪ ਦੇ ਨਾਲ ਮੇਲ ਉਹ ਆਪ ਹੀ ਕਰਾਉਂਦਾ ਹੈ। ਜਦੋਂ ਜੀਵ ਦੇ ਉੱਪਰ ਉਹਦੀ ਕਿਰਪਾ ਹੋ ਜਾਂਦੀ ਹੈ, ਉਹ ਜੀਵ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਿਲ ਕਰ ਲੈਂਦਾ ਹੈ। ਆਪੇ ਹੀ ਪ੍ਰਭ ਦੇਹ ਮਤ, ਹਰ ਨਾਮ ਧਿਆਈਐ। ਵਡ ਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਐ। ਜਿਹੜੇ ਜੀਵ ਨੂੰ ਉਹ ਪਰਮਾਤਮਾ ਆਪ ਹੀ ਮਤ ਦਿੰਦਾ ਹੈ, ਉਹੀ ਜੀਵ ਉਸ ਪਰਮਾਤਮਾ ਦਾ ਨਾਮ ਧਿਆਉਂਦਾ ਹੈ। ਵੱਡੇ ਭਾਗਾਂ ਦੇ ਨਾਲ ਜਿਹਨੂੰ ਸਤਿਗੁਰੂ ਮਿਲ ਪੈਂਦਾ ਹੈ, ਸੱਚਾ ਗੁਰੂ ਮਿਲ ਪੈਂਦਾ ਹੈ, ਉਹਦੇ ਮੁਖ ਦੇ ਵਿੱਚ
ਪਰਮਾਤਮਾ ਦੇ ਨਾਮ ਰਸ ਦੀ, ਅੰਮ੍ਰਿਤ ਦੀ ਦਾਤ ਪੈ ਜਾਂਦੀ ਹੈ। ਹਉਮੈ ਦੁਵਿਧਾ ਬਿਨਸ ਜਾਏ, ਸਹਜੇ ਸੁਖ ਸਮਾਈਐ। ਸਭ ਆਪੇ ਆਪ ਵਰਤਦਾ, ਆਪੇ ਨਾਏ ਲਾਈਐ। ਉਸ ਮਨੁੱਖ ਦੀ ਹਉਮੈ ਤੇ ਦੁਬਿਧਾ ਦੋਨੋਂ ਹੀ ਵਿਨਾਸ਼ ਹੋ ਜਾਂਦੀਆਂ ਨੇ, ਤੇ ਫਿਰ ਉਹ ਸਹਿਜੇ ਹੀ ਆਨੰਦਮਈ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਹੈ, ਸਮਾਇਆ ਰਹਿੰਦਾ ਹੈ। ਉਹ ਪਰਮਾਤਮਾ ਜੋ ਹਰ ਥਾਂ ਆਪ ਵਰਤਦਾ ਹੈ, ਹਰ ਥਾਂ ਆਪ ਮੌਜੂਦ ਹੈ, ਉਹ ਆਪ ਹੀ ਜੀਵਾਂ ਨੂੰ ਆਪਣੇ ਨਾਮ ਦੇ ਨਾਲ ਜੋੜਦਾ ਹੈ। ਮਨ ਮੁਖ ਗਰਭ ਨਾ ਪਾਇਓ, ਅਗਿਆਨ ਈਆਣੇ। ਸਤਿਗੁਰ ਸੇਵਾ ਨਾ ਕਰੈ, ਫਿਰ ਫਿਰ ਪਛਤਾਣੇ। ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ, ਉਹ ਗਰਵ ਦੇ ਵਿੱਚ ਹੁੰਦੇ ਨੇ, ਹੰਕਾਰ ਦੇ ਵਿੱਚ ਹੁੰਦੇ ਨੇ। ਹੰਕਾਰ ਦੇ ਵਿੱਚ ਹੋਣ ਦੇ ਕਾਰਨ ਉਹ ਪਰਮਾਤਮਾ ਨੂੰ ਪਾ ਨਹੀਂ ਪਾਉਂਦੇ। ਮਨਮੁਖ ਗਰਭ ਨਾ ਪਾਇਓ, ਅਗਿਆਨ ਈਆਣੇ। ਤੇ ਇਸ ਪ੍ਰਕਾਰ ਉਹ ਗਿਆਨ ਤੋਂ ਸੱਖਣੇ ਰਹਿੰਦੇ ਨੇ, ਜੀਵਨ ਜੁਗਤੀ ਤੋਂ ਅਣਜਾਣ ਰਹਿੰਦੇ ਨੇ। ਉਹ ਸੱਚੇ ਗੁਰੂ ਦੀ ਸੇਵਾ ਵੀ ਨਹੀਂ ਕਰਦੇ, ਉਹਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਅਮਲ ਵੀ ਨਹੀਂ ਕਰਦੇ, ਤੇ ਇਸ ਤਰ੍ਹਾਂ ਕਰਕੇ ਉਹ ਮੁੜ ਮੁੜ ਪਛਤਾਉਂਦੇ ਰਹਿੰਦੇ ਨੇ। ਗਰਭ ਜੋਨੀ ਵਾਸ ਪਾਈ ਦੇ, ਗਰਵੇ ਗਲ ਜਾਣੇ। ਮੇਰੇ ਕਰਤੇ ਏਵੈ ਭਾਵ ਦਾ, ਮਨਮੁਖ ਪਰਮਾਣੇ। ਉਹ ਮਨੁੱਖ ਮੁੜ ਮੁੜ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ, ਤੇ ਇਸੇ ਗੇੜ ਦੇ ਵਿੱਚ ਉਹਨਾਂ ਦੀ ਜੋ ਆਤਮਿਕ ਜੀਵਨ ਹੈ ਉਹ ਵੀ ਗਲ ਜਾਂਦਾ ਹੈ। ਮੇਰੇ ਕਰਤਾਰ ਨੂੰ ਇਹੀ ਭਾਉਂਦਾ ਹੈ, ਮੇਰੇ ਕਰਤੇ ਏਵੈ ਭਾਵਦਾ, ਮਨਮੁਖ ਭਰਮਾਣੇ। ਕਿ ਜੋ ਮਨਮੁਖ ਨੇ ਉਹ ਭਟਕਣਾ ਦੇ ਵਿੱਚ ਪਏ ਰਹਿਣ। ਇਹੀ ਗੱਲ ਮੇਰੇ ਕਰਤਾਰ ਨੂੰ ਚੰਗੀ ਲੱਗਦੀ ਹੈ ਕਿ ਜੇਕਰ ਉਹਨਾਂ ਨੇ ਭਟਕਣਾ ਦੇ ਵਿੱਚੋਂ ਨਿਕਲਣਾ ਹੈ ਤਾਂ ਗੁਰਮੁਖ ਬਣ ਜਾਓ, ਗੁਰੂ ਦੇ ਲੜ ਲੱਗ ਜਾਓ। ਪਰ ਉਹ ਵੀ ਉਸ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਸੰਭਵ ਹੈ। ਮੇਰਾ ਹਰ ਪ੍ਰਭ ਲੇਖ ਲਿਖਾਇਆ, ਧੁਰ ਮਸਤਕ ਪੂਰਾ। ਹਰ ਹਰ ਨਾਮ ਧਿਆਇਆ, ਭੇਟਿਆ ਗੁਰ ਸੂਰਾ। ਜਿਸ ਜੀਵ ਦੇ ਮੱਥੇ ਦੇ ਉੱਤੇ ਮੇਰੇ ਪਰਮਾਤਮਾ ਨੇ, ਮੇਰੇ ਹਰੀ ਨੇ ਚੰਗੇ ਲੇਖ ਲਿਖ ਕੇ ਧੁਰ ਦਰਗਾਹ ਤੋਂ ਉਹਨੂੰ ਇੱਕ ਬਖਸ਼ਿਸ਼ ਦੇ ਦਿੱਤੀ, ਉਹਨੂੰ ਇੱਕ ਗੁਰੂ ਬਖਸ਼ ਦਿੱਤਾ, ਉਹ ਮਨੁੱਖ ਸੂਰਮੇ ਗੁਰੂ ਦੇ ਲੜ ਲੱਗ ਕੇ ਹਰ ਪ੍ਰਕਾਰ ਦੇ ਜ਼ਿੰਦਗੀ ਦੇ ਹੱਲਿਆਂ ਤੋਂ ਬਚ ਵੀ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਧਿਆਉਂਦਾ ਰਹਿੰਦਾ ਹੈ। ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਵੀਰਾ। ਹਰ ਹਰ ਬਖਸ਼ ਮਿਲਾਏ ਪ੍ਰਭ, ਜਨ ਨਾਨਕ ਕੀਰਾ। ਕਹਿੰਦੇ ਮੇਰੇ ਲਈ ਮੇਰਾ ਪਿਤਾ ਵੀ, ਮੇਰੀ ਮਾਤਾ ਵੀ, ਮੇਰਾ ਸੰਬੰਧੀ ਵੀ ਤੇ ਮੇਰਾ ਵੀਰ ਵੀ ਉਹ ਪਰਮਾਤਮਾ ਤੇ ਉਹਦਾ ਨਾਮ ਹੀ ਹੈ। ਹੇ ਪਰਮਾਤਮਾ, ਹੇ ਹਰੀ, ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਨਾਨਕ ਨੂੰ, ਜੋ ਕਿ ਇੱਕ ਕੀੜਾ ਹੈ, ਇੱਕ ਨਿਮਾਣਾ ਹੈ, ਜੋ ਨਾ ਚੀਜ਼ ਹੈ, ਹੇ ਪ੍ਰਮਾਤਮਾ ਇਸ ਨਾ ਚੀਜ਼ ਦੇ ਉੱਤੇ ਮਿਹਰ ਕਰ, ਬਖਸ਼ਿਸ਼ ਕਰ ਤੇ ਆਪਣੇ ਚਰਨਾਂ ਦੇ ਵਿੱਚ ਮੈਨੂੰ ਜੋੜੀ ਰੱਖ। ਇਸ ਆਖਰੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਆਪਣੇ ਆਪ ਨੂੰ ਨਿਮਾਣਾ ਕਹਿ ਕੇ ਉਸ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕੀਤੀ ਹੈ ਕਿ ਉਹਨੂੰ ਉਹਦੇ ਚਰਨਾਂ ਦੇ ਨਾਲ ਮਿਲਾਈ ਰੱਖੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 162ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਪ੍ਰਯੋਗ ਕੀਤਾ ਹੈ। ਸ਼ਬਦ ਬੜੇ ਸੋਹਣੇ ਸਨ, ਮੇਰਾ ਗਾਉਣ ਨੂੰ ਦਿਲ ਕੀਤਾ ਤੇ ਮੈਂ ਗਾ ਕੇ ਤੁਹਾਡੇ ਸਾਹਮਣੇ ਇਹ ਸ਼ਬਦ ਪੇਸ਼ ਕੀਤੇ ਨੇ। ਜੇਕਰ ਕੋਈ ਵੀ ਗੁਸਤਾਖੀ ਹੋ ਗਈ ਹੋਵੇ ਤਾਂ ਪਲੀਜ਼ ਆਪਣਾ ਇੱਕ ਨਿਮਾਣਾ ਦਾਸ ਸਮਝ ਕੇ ਮਾफ़ ਕਰ ਦਿਓ। ਉਸ ਪਰਮਾਤਮਾ ਅੱਗੇ ਵੀ ਅਰਦਾਸ ਹੈ ਕਿ ਕੋਈ ਵੀ ਭੁੱਲ ਚੁੱਕ ਬਖਸ਼ ਲਵੇ। ਇਹਦੇ ਬਾਬਤ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਤੇ ਦੂਜੀ ਸਭ ਤੋਂ ਵਧੀਆ ਗੱਲ ਜੋ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਲੱਗੀ ਉਹ ਸੀ ਜੋ ਧਰਤੀ ਅਤੇ ਬੱਦਲਾਂ ਦਾ ਇੱਕ ਦ੍ਰਿਸ਼ਟਾਂਤ ਗੁਰੂ ਜੀ ਨੇ
ਪੇਸ਼ ਕੀਤਾ ਸੀ, ਇਹ ਸਮਝਾਉਣ ਦੇ ਲਈ ਕਿ ਜੀਵ ਆਤਮਾ ਤੇ ਪਰਮਾਤਮਾ ਵੱਖਰੀਆਂ ਵੱਖਰੀਆਂ ਹਸਤੀਆਂ ਨਹੀਂ, ਬਲਕਿ ਇੱਕ ਦੂਜੇ ਦੇ ਵਿੱਚ ਸਮਾਏ ਹੋਏ ਅੰਸ਼ ਨੇ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਚੰਗੀ ਲੱਗੀ ਹੈ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਵੇਖਣ ਸੁਣਨ ਦੇ ਲਈ, ਗੁਰੂ ਦੀ ਬਾਣੀ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।